ਦੋਸਤੋ, ਸਾਡੇ ਜੀਵਨ ਵਿੱਚ ਕਈ ਵਾਰ ਅਜਿਹੇ ਸਵਾਲ ਉੱਭਰਦੇ ਨੇ ਜੋ ਸਾਨੂੰ ਆਰਾਮ ਨਾਲ ਬੈਠਣ ਨਹੀਂ ਦਿੰਦੇ। ਕੀ ਸਾਡੇ ਨਸੀਬ ਪਹਿਲਾਂ ਤੋਂ ਹੀ ਤੈਅ ਹੁੰਦੇ ਨੇ ਜਾਂ ਫਿਰ ਇਹ ਸਾਡੇ ਆਪਣੇ ਕਰਮਾਂ ਦਾ ਨਤੀਜਾ ਹੁੰਦਾ ਹੈ? ਸਫਲਤਾ ਕਈ ਵਾਰ ਬਿਨਾਂ ਮਿਹਨਤ ਵਾਲਿਆਂ ਨੂੰ ਮਿਲਦੀ ਹੈ ਤੇ ਕਈ ਵਾਰ ਮਿਹਨਤੀ ਲੋਕਾਂ ਨੂੰ ਸਿਰਫ ਔਖੇ ਵਕਤਾਂ ਨਾਲ ਜੂਝਣਾ ਪੈਂਦਾ ਹੈ। ਅਜਿਹੇ ਹੀ ਸਵਾਲਾਂ ਦੇ ਜਵਾਬ ਲੱਭਣ ਦੀ ਖੋਜ ਵਿੱਚ ਕਈ ਲੋਕਾਂ ਦਾ ਮਨ ਦੋ ਚਿੱਤਾ ਹੋ ਜਾਂਦਾ ਹੈ। ਪਰ ਕੀ ਇਹ ਸੱਚ ਹੈ ਕਿ ਕਰਮਾਂ ਨਾਲ ਭਾਗ ਬਦਲੇ ਜਾ ਸਕਦੇ ਨੇ? ਅੱਜ ਅਸੀਂ ਅਜਿਹੀ ਹੀ ਇੱਕ ਕਹਾਣੀ ਸੁਣਾਂਗੇ ਜੋ ਸ਼ਾਇਦ ਮਨ ਦੇ ਅਣਸੁਲਝੇ ਸਵਾਲਾਂ ਨੂੰ ਕੁਝ ਹੱਦ ਤੱਕ ਹੱਲ ਕਰੇਗੀ। ਸੋ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ। ਸੋ ਸ਼ੁਰੂ ਕਰਦੇ ਹਾਂ। ਬਹੁਤ ਸਮਾਂ ਪਹਿਲਾਂ ਧਰਮਪੁਰ ਨਾਮ ਦਾ ਇੱਕ ਰਾਜ ਹੋਇਆ ਕਰਦਾ ਸੀ। ਇਸ ਰਾਜ ਦਾ ਰਾਜਾ ਧਰਮਪਾਲ ਬਹੁਤ ਹੀ ਨਿਆਂ ਪਸੰਦ ਤੇ ਧਰਮ ਨੂੰ ਮੰਨਣ ਵਾਲਾ ਸ਼ਾਸਕ ਸੀ। ਰਾਜਾ ਆਪਣੇ ਰਾਜ ਵਿੱਚ ਸੁੱਖ ਤੇ ਸਮਰਿੱਧੀ ਲਿਆਉਣ ਲਈ ਕਠਿਨ ਮਿਹਨਤ ਕਰਦਾ ਤੇ ਉਸ ਦਾ ਇੱਕ ਹੀ ਉਦੇਸ਼ ਸੀ, ਉਹ ਸੀ ਆਪਣੀ ਪ੍ਰਜਾ ਦੇ ਜੀਵਨ ਨੂੰ ਸ਼ਾਂਤਮਈ ਤੇ ਖੁਸ਼ਹਾਲ ਬਣਾਉਣਾ। ਪਰ ਉਹ ਜਿੰਨੀ ਕੋਸ਼ਿਸ਼ ਕਰਦਾ ਸੀ ਓਨੀ ਹੀ ਵਾਰ ਉਹ ਜੀਵਨ ਦੀਆਂ ਅਣਸੁਲਝੀਆਂ ਨਸੀਬਾਂ ਦੀਆਂ ਖੇਡਾਂ ਨੂੰ ਵੇਖ ਕੇ ਪਰੇਸ਼ਾਨ ਹੋ ਜਾਂਦਾ। ਰਾਜੇ ਨੇ ਆਪਣੇ ਰਾਜ ਵਿੱਚ ਕਈ ਵਾਰ ਦੇਖਿਆ ਕਿ ਕੁਝ ਲੋਕ ਬਹੁਤ ਹੀ ਕਠਿਨ ਮਿਹਨਤ ਤੇ ਚੰਗੇ ਕਰਮ ਕਰਨ ਦੇ ਬਾਵਜੂਦ ਵੀ ਦੁਖੀ ਤੇ ਕਸ਼ਟ ਵਿੱਚ ਰਹਿੰਦੇ ਨੇ, ਜਦਕਿ ਕੁਝ ਲੋਕ ਬਿਨਾਂ ਕਿਸੇ ਕੋਸ਼ਿਸ਼ ਦੇ ਸੁਖੀ ਜੀਵਨ ਜਿਉਂਦੇ ਨੇ। ਇਹਨਾਂ ਹਾਲਾਤਾਂ ਨੇ ਰਾਜੇ ਦੇ ਮਨ ਵਿੱਚ ਇੱਕ ਡੂੰਘੀ ਸ਼ੰਕਾ ਪੈਦਾ ਕਰ ਦਿੱਤੀ ਕਿ ਕੀ ਭਾਗਾਂ ਦਾ ਲੇਖਾ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ ਜਾਂ ਇਸ ਨੂੰ ਇਨਸਾਨ ਆਪਣੇ ਕਰਮਾਂ ਨਾਲ ਬਣਾਉਂਦਾ ਹੈ। ਰਾਜੇ ਦਾ ਮਨ ਇਸ ਸਵਾਲ ਵਿੱਚ ਉਲਝ ਗਿਆ ਸੀ ਤੇ ਉਹ ਇਸ ਦਾ ਜਵਾਬ ਜਾਣਨ ਲਈ ਬੇਚੈਨ ਸੀ। ਰਾਜੇ ਨੇ ਆਪਣੇ ਦਰਬਾਰ ਦੇ ਸਾਰੇ ਗਿਆਨੀ ਤੇ ਵਿਦਵਾਨ ਪੰਡਤਾਂ ਤੋਂ ਇਸ ਸਵਾਲ ਦਾ ਜਵਾਬ ਲੈਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ। ਤਦ ਹੀ ਦਰਬਾਰ ਦੇ ਇੱਕ ਪੁਰਾਣੇ ਮੰਤਰੀ ਨੇ ਸੁਝਾਅ ਦਿੱਤਾ ਕਿ ਮਹਾਰਾਜ, ਰਾਜ ਦੇ ਬਾਹਰ ਇੱਕ ਪੁਰਾਣਾ ਆਸ਼ਰਮ ਹੈ ਜਿੱਥੇ ਇੱਕ ਮਹਾਤਮਾ ਰਹਿੰਦੇ ਨੇ। ਕਿਹਾ ਜਾਂਦਾ ਹੈ ਕਿ ਉਹ ਜੀਵਨ ਦੇ ਡੂੰਘੇ ਰਹੱਸਾਂ ਨੂੰ ਜਾਣਦੇ ਨੇ ਤੇ ਉਹਨਾਂ ਕੋਲ ਹਰ ਪ੍ਰਸ਼ਨ ਦਾ ਜਵਾਬ ਹੈ। ਜੇਕਰ ਤੁਸੀਂ ਇਸ ਸਵਾਲ ਦਾ ਜਵਾਬ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਦੇ ਕੋਲ ਜਾਣਾ ਚਾਹੀਦਾ ਹੈ। ਰਾਜੇ ਨੇ ਤੁਰੰਤ ਫੈਸਲਾ ਕੀਤਾ ਕਿ ਉਹ ਮਹਾਤਮਾ ਕੋਲ ਜਾਵੇਗਾ ਤੇ ਇਸ ਪ੍ਰਸ਼ਨ ਦਾ ਉੱਤਰ ਜਾਣੇਗਾ। ਅਗਲੇ ਹੀ ਦਿਨ ਉਹ ਆਪਣੇ ਕੁਝ ਸੇਵਕਾਂ ਤੇ ਮੰਤਰੀਆਂ ਦੇ ਨਾਲ ਮਹਾਤਮਾ ਦੇ ਆਸ਼ਰਮ ਵੱਲ ਰਵਾਨਾ ਹੋ ਗਿਆ। ਮਹਾਤਮਾ ਦਾ ਆਸ਼ਰਮ ਸੰਘਣੇ ਜੰਗਲ ਵਿੱਚ ਸੀ, ਜਿੱਥੇ ਕਿ ਸ਼ਾਂਤੀ ਤੇ ਸੁਹਾਵਣੇ ਪਲ ਦਾ ਮਾਹੌਲ ਸੀ। ਜਦੋਂ ਰਾਜਾ ਆਸ਼ਰਮ ਪਹੁੰਚਿਆ, ਉਸਨੇ ਦੇਖਿਆ ਕਿ ਉੱਥੇ ਅਨੇਕਾਂ ਲੋਕ ਮਹਾਤਮਾ ਜੀ ਦੇ ਦਰਸ਼ਨਾਂ ਲਈ ਆਏ ਹੋਏ ਸੀ ਤੇ ਸਭ ਦੀਆਂ ਅੱਖਾਂ ਵਿੱਚ ਇੱਕ ਅਜੀਬ ਚਮਕ ਸੀ। ਰਾਜੇ ਨੇ ਮਹਾਤਮਾ ਨੂੰ ਪ੍ਰਣਾਮ ਕੀਤਾ ਤੇ ਆਪਣੀ ਸ਼ੰਕਾ ਉਹਨਾਂ ਦੇ ਸਾਹਮਣੇ ਰੱਖੀ। ਰਾਜੇ ਨੇ ਨਿਮਰਤਾ ਨਾਲ ਕਿਹਾ, ਗੁਰੂਦੇਵ, ਮੇਰੇ ਮਨ ਵਿੱਚ ਇੱਕ ਡੂੰਘਾ ਪ੍ਰਸ਼ਨ ਹੈ। ਮੈਂ ਇਹ ਜਾਣਨਾ ਚਾਹੁੰਦਾ ਕਿ ਭਾਗਾਂ ਦਾ ਲੇਖਾ ਕੌਣ ਲਿਖਦਾ ਹੈ? ਕੀ ਇਹ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ ਜਾਂ ਕੀ ਅਸੀਂ ਇਸ ਨੂੰ ਆਪਣੇ ਕਰਮਾਂ ਨਾਲ ਬਣਾ ਸਕਦੇ ਹਾਂ? ਮਹਾਤਮਾ ਇੱਕ ਹਲਕੀ ਮੁਸਕਾਨ ਨਾਲ ਬੋਲੇ, ਰਾਜਨ, ਇਹ ਸਵਾਲ ਬਹੁਤ ਮਹੱਤਵਪੂਰਨ ਹੈ। ਇਸ ਦਾ ਉੱਤਰ ਪਾਉਣ ਲਈ ਜੀਵਨ ਤੇ ਕਰਮ ਦੇ ਡੂੰਘੇ ਅਰਥ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਭਾਗਾਂ ਦਾ ਲੇਖਾ ਇਨਸਾਨ ਦੇ ਕਰਮਾਂ ਨਾਲ ਹੀ ਲਿਖਿਆ ਜਾਂਦਾ ਹੈ, ਪਰ ਇਸ ਨੂੰ ਸਮਝਣ ਦੇ ਲਈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗਾ। ਇਹ ਕਹਾਣੀ ਤੁਹਾਡੇ ਪ੍ਰਸ਼ਨ ਦਾ ਉੱਤਰ ਦੇਵੇਗੀ। ਮਹਾਤਮਾ ਨੇ ਰਾਜੇ ਨੂੰ ਇੱਕ ਪੁਰਾਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਜੋ ਇੱਕ ਗਰੀਬ ਬ੍ਰਾਹਮਣ ਦੀ ਸੀ। ਇਹ ਬ੍ਰਾਹਮਣ ਬਹੁਤ ਹੀ ਇਮਾਨਦਾਰ ਤੇ ਸਾਧੂ ਬਿਰਤੀ ਦਾ ਸੀ। ਉਸਨੇ ਜੀਵਨ ਭਰ ਤਪੱਸਿਆ, ਪੂਜਾ ਤੇ ਇਮਾਨਦਾਰੀ ਨਾਲ ਜੀਵਨ ਬਤੀਤ ਕੀਤਾ ਸੀ। ਉਹ ਕਦੇ ਵੀ ਕਿਸੇ ਪ੍ਰਤੀ ਦਵੈਸ਼ ਜਾਂ ਈਰਖਾ ਨਹੀਂ ਰੱਖਦਾ ਸੀ ਤੇ ਹਮੇਸ਼ਾ ਧਰਮ ਦੇ ਮਾਰਗ ਤੇ ਚੱਲਦਾ ਸੀ। ਪਰੰਤੂ ਉਸ ਦੀ ਹਾਲਤ ਬਹੁਤ ਹੀ ਦੁਖਦਾਈ ਸੀ। ਉਹਦਾ ਪਰਿਵਾਰ ਬਹੁਤ ਗਰੀਬੀ ਵਿੱਚ ਜੀਵਨ ਬਿਤਾ ਰਿਹਾ ਸੀ। ਬ੍ਰਾਹਮਣ ਨੇ ਸੋਚਿਆ, ਮੈਂ ਜੀਵਨ ਭਰ ਚੰਗੇ ਕਰਮ ਕੀਤੇ ਨੇ, ਫਿਰ ਵੀ ਮੈਨੂੰ ਇੰਨਾ ਕਸ਼ਟ ਕਿਉਂ ਮਿਲ ਰਿਹਾ ਹੈ? ਕੀ ਇਹ ਮੇਰਾ ਭਾਗ ਹੈ ਜਿਸ ਨੂੰ ਮੈਂ ਬਦਲ ਨਹੀਂ ਸਕਦਾ? ਇੱਕ ਦਿਨ ਬ੍ਰਾਹਮਣ ਮੰਦਰ ਵਿੱਚ ਜਾ ਕੇ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਨ ਲੱਗਾ। ਉਸਨੇ ਕਿਹਾ, ਹੇ ਪ੍ਰਭੂ, ਮੈਂ ਹਮੇਸ਼ਾ ਤੁਹਾਡਾ ਨਾਮ ਲਿਆ ਹੈ, ਸਦਾ ਚੰਗੇ ਕਰਮ ਕੀਤੇ ਨੇ, ਫਿਰ ਵੀ ਮੇਰੀ ਹਾਲਤ ਇੰਨੀ ਮਾੜੀ ਕਿਉਂ ਹੈ? ਕੀ ਇਹ ਮੇਰਾ ਭਾਗ ਹੈ? ਕੀ ਮੇਰਾ ਭਾਗ ਕਦੇ ਨਹੀਂ ਬਦਲੇਗਾ? ਤਦ ਹੀ ਮੰਦਰ ਵਿੱਚ ਇੱਕ ਸਾਧੂ ਆਇਆ, ਜਿਵੇਂ ਰੱਬ ਨੇ ਬ੍ਰਾਹਮਣ ਦੀ ਸੁਣ ਲਈ ਹੋਵੇ। ਉਹ ਉੱਥੇ ਖੜਾ ਬ੍ਰਾਹਮਣ ਦੀ ਪ੍ਰਾਰਥਨਾ ਸੁਣ ਰਿਹਾ ਸੀ। ਸਾਧੂ ਨੇ ਬ੍ਰਾਹਮਣ ਤੋਂ ਪੁੱਛਿਆ ਕਿ ਤੂੰ ਇੰਨਾ ਦੁਖੀ ਕਿਉਂ ਹੈ? ਬ੍ਰਾਹਮਣ ਨੇ ਸਾਧੂ ਨੂੰ ਆਪਣੀ ਕਹਾਣੀ ਦੱਸੀ। ਉਹ ਸਾਧੂ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ। ਸਾਧੂ ਨੇ ਜਦੋਂ ਹੀ ਬ੍ਰਾਹਮਣ ਦੇ ਸਿਰ ਉੱਪਰ ਆਪਣਾ ਹੱਥ ਰੱਖਿਆ ਤਾਂ ਉਸਨੂੰ ਅਸੀਮ ਸ਼ਾਂਤੀ ਮਹਿਸੂਸ ਹੋਈ। ਉਸਨੇ ਜਦੋਂ ਹੀ ਆਪਣੀਆਂ ਅੱਖਾਂ ਬੰਦ ਕਰੀਆਂ ਤਾਂ ਉਸਨੂੰ ਇੱਕ ਦ੍ਰਿਸ਼ਟਾਂਤ ਦਿਖਾਈ ਦਿੱਤਾ। ਉਸਨੇ ਵੇਖਿਆ
ਕਿ ਉਸ ਦੇ ਪਿਛਲੇ ਜਨਮਾਂ ਵਿੱਚ ਉਸਨੇ ਕੁਝ ਐਸੇ ਕਰਮ ਕੀਤੇ ਸੀ ਜਿਨ੍ਹਾਂ ਦਾ ਫਲ ਹੁਣ ਉਸ ਨੂੰ ਭੁਗਤਣਾ ਪੈ ਰਿਹਾ ਸੀ। ਉਸ ਨੂੰ ਇਹ ਵੀ ਸਮਝ ਆਇਆ ਕਿ ਹੁਣ ਆਪਣੇ ਮੌਜੂਦਾ ਜਨਮ ਦੇ ਚੰਗੇ ਕਰਮਾਂ ਦੇ ਕਾਰਨ ਅਗਲੇ ਜਨਮ ਵਿੱਚ ਉਹ ਸੁਖੀ ਤੇ ਸਮਰੱਥ ਹੋਵੇਗਾ। ਇਸ ਤੋਂ ਉਸ ਨੂੰ ਇਹ ਵੀ ਗਿਆਨ ਹੋਇਆ ਕਿ ਭਾਗ ਕੋਈ ਸਥਾਈ ਚੀਜ਼ ਨਹੀਂ ਹੈ, ਸਗੋਂ ਇਹ ਕਰਮਾਂ ਨਾਲ ਲਗਾਤਾਰ ਬਣਦਾ ਤੇ ਬਦਲਦਾ ਰਹਿੰਦਾ ਹੈ। ਮਹਾਤਮਾ ਨੇ ਕਿਹਾ, ਰਾਜਨ, ਇਹ ਕਹਾਣੀ ਇਹ ਦੱਸਦੀ ਹੈ ਕਿ ਹਰ ਵਿਅਕਤੀ ਦੇ ਕਰਮ ਹੀ ਉਸ ਦਾ ਭਾਗ ਬਣਾਉਂਦੇ ਨੇ। ਬ੍ਰਾਹਮਣ ਦੇ ਪਿਛਲੇ ਕਰਮਾਂ ਦੇ ਕਾਰਨ ਉਸ ਨੂੰ ਗਰੀਬੀ ਦਾ ਸਾਹਮਣਾ ਕਰਨਾ ਪਿਆ, ਪਰ ਉਸ ਦੇ ਮੌਜੂਦਾ ਚੰਗੇ ਕਰਮ ਉਸ ਦੇ ਭਵਿੱਖ ਨੂੰ ਰੋਸ਼ਨ ਕਰ ਰਹੇ ਨੇ। ਮਹਾਤਮਾ ਨੇ ਕਹਾਣੀ ਦੇ ਮਾਧਿਅਮ ਨਾਲ ਰਾਜੇ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਾਗਾਂ ਦਾ ਲੇਖਾ ਕੋਈ ਹੋਰ ਨਹੀਂ ਲਿਖਦਾ, ਸਗੋਂ ਇਹ ਸਾਡੇ ਕਰਮਾਂ ਦਾ ਨਤੀਜਾ ਹੁੰਦਾ ਹੈ। ਅਸੀਂ ਆਪਣੇ ਕਰਮਾਂ ਨਾਲ ਆਪਣੇ ਭਵਿੱਖ ਦਾ ਨਿਰਮਾਣ ਕਰਦੇ ਹਾਂ ਤੇ ਭਾਗਾਂ ਨੂੰ ਬਦਲਣ ਦਾ ਇੱਕੋ ਇੱਕ ਤਰੀਕਾ ਚੰਗੇ ਕਰਮ ਹੀ ਨੇ। ਰਾਜੇ ਨੇ ਸੀਸ ਨਿਵਾਉਂਦੇ ਹੋਏ ਕਿਹਾ, ਮਹਾਤਮਾ ਜੀ, ਤੁਹਾਡੇ ਅਸ਼ੀਰਵਾਦ ਨਾਲ ਮੈਂ ਕਰਮਾਂ ਦੀ ਮਹੱਤਤਾ ਨੂੰ ਸਮਝ ਗਿਆ ਵਾਂ, ਪਰ ਹੁਣ ਮੇਰੇ ਮਨ ਵਿੱਚ ਜੀਵਨ ਤੇ ਮੌਤ ਦੇ ਰਹੱਸ ਨੂੰ ਜਾਣਨ ਦੀ ਜਿਗਿਆਸਾ ਹੈ। ਕੀ ਮੌਤ ਵੀ ਭਾਗਾਂ ਦਾ ਇੱਕ ਹਿੱਸਾ ਹੁੰਦੀ ਹੈ? ਕੀ ਅਸੀਂ ਆਪਣੀ ਮੌਤ ਨੂੰ ਵੀ ਆਪਣੇ ਕਰਮਾਂ ਨਾਲ ਪ੍ਰਭਾਵਿਤ ਕਰ ਸਕਦੇ ਹਾਂ? ਮਹਾਤਮਾ ਨੇ ਕਿਹਾ, ਇਹ ਇੱਕ ਬਹੁਤ ਡੂੰਘਾ ਪ੍ਰਸ਼ਨ ਹੈ। ਜ਼ਿੰਦਗੀ ਤੇ ਮੌਤ ਦੇ ਚੱਕਰ ਨੂੰ ਸਮਝਣਾ ਆਸਾਨ ਨਹੀਂ ਹੈ, ਪਰ ਮੈਂ ਤੈਨੂੰ ਇਸ ਪ੍ਰਸ਼ਨ ਦਾ ਉੱਤਰ ਇੱਕ ਕਹਾਣੀ ਦੇ ਜ਼ਰੀਏ ਦੇਵਾਂਗਾ। ਇਹ ਕਹਾਣੀ ਇੱਕ ਮਹਾਨ ਰਾਜੇ ਦੀ ਹੈ ਜੋ ਆਪਣੇ ਰਾਜ ਵਿੱਚ ਬਹੁਤ ਹੀ ਖੁਸ਼ਹਾਲ ਤੇ ਐਸ਼ੋ ਆਰਾਮ ਭਰੇ ਜੀਵਨ ਦਾ ਆਨੰਦ ਮਾਣ ਰਿਹਾ ਸੀ। ਉਸ ਦੇ ਕੋਲ ਧਨ, ਸੰਪਤੀ ਤੇ ਸ਼ਕਤੀ ਦੀ ਕੋਈ ਕਮੀ ਨਹੀਂ ਸੀ, ਪਰੰਤੂ ਉਹ ਰਾਜਾ ਮੌਤ ਦੇ ਡਰ ਤੋਂ ਬਹੁਤ ਪਰੇਸ਼ਾਨ ਸੀ। ਉਸ ਨੂੰ ਹਮੇਸ਼ਾ ਇਹ ਚਿੰਤਾ ਲੱਗੀ ਰਹਿੰਦੀ ਕਿ ਇੱਕ ਦਿਨ ਉਹ ਸਾਰਾ ਕੁਝ ਗਵਾ ਲਵੇਗਾ ਤੇ ਮੌਤ ਦਾ ਸਾਹਮਣਾ ਕਰਨਾ ਪਵੇਗਾ। ਇੱਕ ਦਿਨ ਰਾਜਾ ਇੱਕ ਫਕੀਰ ਨੂੰ ਮਿਲਿਆ। ਰਾਜੇ ਨੇ ਫਕੀਰ ਨੂੰ ਕਿਹਾ ਕਿ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ, ਮੈਂ ਅਮਰ ਹੋਣਾ ਚਾਹੁੰਦਾ। ਕੀ ਤੁਸੀਂ ਮੈਨੂੰ ਐਸਾ ਕੋਈ ਤਰੀਕਾ ਦੱਸ ਸਕਦੇ ਹੋ ਜਿਸ ਨਾਲ ਮੈਂ ਅਮਰ ਹੋ ਜਾਵਾਂ? ਫਕੀਰ ਨੇ ਮੁਸਕਰਾਉਂਦੇ ਹੋਏ ਕਿਹਾ, ਰਾਜਨ, ਮੌਤ ਇੱਕ ਅਟੱਲ ਸੱਚਾਈ ਹੈ ਜਿਸ ਨੂੰ ਕੋਈ ਵੀ ਟਾਲ ਨਹੀਂ ਸਕਦਾ। ਇਹ ਜੀਵਨ ਦਾ ਅਨਿਵਾਰਿਆ ਹਿੱਸਾ ਹੈ, ਪਰ ਮੈਂ ਤੈਨੂੰ ਇੱਕ ਐਸਾ ਤਰੀਕਾ ਦੱਸ ਸਕਦਾ ਜਿਸ ਨਾਲ ਤੂੰ ਮੌਤ ਤੋਂ ਪਰੇ ਜਾ ਸਕਦਾ ਹੈ। ਇਹ ਤਰੀਕਾ ਤੈਨੂੰ ਅਮਰ ਨਹੀਂ ਬਣਾਵੇਗਾ, ਪਰ ਇਹ ਤੈਨੂੰ ਜਨਮ ਤੇ ਮੌਤ ਦੇ ਚੱਕਰ ਤੋਂ ਮੁਕਤ ਕਰ ਦੇਵੇਗਾ। ਰਾਜਾ ਉਤਸੁਕ ਹੋ ਗਿਆ। ਉਸਨੇ ਫਕੀਰ ਨੂੰ ਕਿਹਾ ਕਿ ਉਹ ਤਰੀਕਾ ਕਿਹੜਾ ਹੈ? ਫਕੀਰ ਨੇ ਕਿਹਾ, ਤੈਨੂੰ ਆਪਣੇ ਕਰਮਾਂ ਨੂੰ ਸਮਝਣਾ ਹੋਵੇਗਾ ਤੇ ਜੀਵਨ ਨੂੰ ਉਸੇ ਰੂਪ ਵਿੱਚ ਸਵੀਕਾਰ ਕਰਨਾ ਹੋਵੇਗਾ ਜਿਵੇਂ ਇਹ ਹੈ। ਜਦੋਂ ਤੂੰ ਆਪਣੇ ਕਰਮਾਂ ਦੇ ਪ੍ਰਤੀ ਜਾਗਰੂਕ ਹੋ ਜਾਵੇਂਗਾ ਤੇ ਉਹਨਾਂ ਨੂੰ ਬਿਨਾਂ ਕਿਸੇ ਫਲ ਦੀ ਇੱਛਾ ਦੇ ਕਰੇਂਗਾ, ਤਦ ਤੂੰ ਮੌਤ ਦੇ ਡਰ ਤੋਂ ਮੁਕਤ ਹੋ ਜਾਵੇਂਗਾ। ਜੀਵਨ ਤੇ ਮੌਤ ਸਿਰਫ ਇੱਕ ਬਦਲਾਅ ਹੈ ਤੇ ਇਸ ਬਦਲਾਅ ਨੂੰ ਸਮਝਣ ਲਈ ਤੈਨੂੰ ਆਪਣੀ ਆਤਮਾ ਦੇ ਅਸਲ ਸਰੂਪ ਨੂੰ ਪਹਿਚਾਨਣਾ ਹੋਵੇਗਾ। ਰਾਜੇ ਨੇ ਫਕੀਰ ਦੀਆਂ ਗੱਲਾਂ ਨੂੰ ਡੂੰਘਾਈ ਨਾਲ ਸੁਣਿਆ ਤੇ ਸਮਝਿਆ ਕਿ ਮੌਤ ਤੋਂ ਡਰਨ ਦੀ ਬਜਾਏ ਉਸ ਨੂੰ ਜੀਵਨ ਦੇ ਹਰ ਪਲ ਨੂੰ ਸਾਰਥਕ ਬਣਾਉਣਾ ਚਾਹੀਦਾ ਹੈ। ਉਸਨੇ ਫਕੀਰ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ ਤੇ ਹੌਲੀ-ਹੌਲੀ ਮੌਤ ਦਾ ਡਰ ਉਸ ਦੇ ਮਨ ਤੋਂ ਖਤਮ ਹੋ ਗਿਆ। ਮਹਾਤਮਾ ਨੇ ਕਹਾਣੀ ਖਤਮ ਕਰਦੇ ਹੋਏ ਕਿਹਾ ਕਿ ਰਾਜਨ, ਜੀਵਨ ਤੇ ਮੌਤ ਦੋਨੋਂ ਹੀ ਸਾਡੇ ਕਰਮਾਂ ਨਾਲ ਜੁੜੇ ਹੁੰਦੇ ਨੇ। ਮੌਤ ਦਾ ਡਰ ਤਦ ਹੀ ਖਤਮ ਹੁੰਦਾ ਹੈ ਜਦੋਂ ਅਸੀਂ ਜੀਵਨ ਦੇ ਸੱਚੇ ਅਰਥ ਨੂੰ ਸਮਝ ਲੈਂਦੇ ਹਾਂ। ਭਾਗ ਤੇ ਕਰਮਾਂ ਦਾ ਲੇਖਾ ਸਾਡੀ ਆਤਮਾ ਦੇ ਵਿਕਾਸ ਲਈ ਹੁੰਦਾ ਹੈ ਤੇ ਮੌਤ ਸਿਰਫ ਇੱਕ ਨਵਾਂ ਅਧਿਆਇ ਹੈ। ਰਾਜੇ ਨੇ ਮਹਾਤਮਾ ਦੇ ਇਸ ਉਪਦੇਸ਼ ਨੂੰ ਵੀ ਆਪਣੇ ਹਿਰਦੇ ਵਿੱਚ ਵਸਾ ਲਿਆ। ਉਸਨੇ ਇਹ ਸਮਝਿਆ ਕਿ ਜੀਵਨ ਦੇ ਹਰ ਪਲ ਵਿੱਚ ਚੰਗੇ ਕਰਮ ਕਰਨੇ ਚਾਹੀਦੇ ਨੇ। ਇਹੀ ਉਹ ਚੀਜ਼ ਹੈ ਜੋ ਇਨਸਾਨ ਨੂੰ ਮੌਤ ਤੋਂ ਬਾਅਦ ਵੀ ਜੀਵਤ ਰੱਖਦੀ ਹੈ। ਉਸ ਦੇ ਕਰਮਾਂ ਦੀ ਸੂਰਬੀਰਤਾ ਤੇ ਕੀਤੇ ਕੰਮਾਂ ਦਾ ਅਸਰ, ਇਹ ਉਹ ਅਮਰਤਾ ਹੈ ਜੋ ਸਿਰਫ ਸਰੀਰ ਦੀ ਹੱਦ ਤੱਕ ਸੀਮਿਤ ਨਹੀਂ, ਸਗੋਂ ਸੰਸਾਰ ਵਿੱਚ ਛੱਡੇ ਗਏ ਨਿਸ਼ਾਨਾਂ ਦੁਆਰਾ ਸਦਾ ਲਈ ਯਾਦਗਾਰ ਬਣ ਜਾਂਦੀ ਹੈ। ਮੌਤ ਸਿਰਫ ਸਰੀਰ ਦਾ ਅੰਤ ਹੈ, ਆਤਮਾ ਦਾ ਨਹੀਂ। ਮਹਾਤਮਾ ਤੋਂ ਇਹ ਡੂੰਘੀਆਂ ਸਿੱਖਿਆਵਾਂ ਪ੍ਰਾਪਤ ਕਰਨ ਦੇ ਬਾਅਦ ਰਾਜੇ ਨੇ ਆਪਣੇ ਰਾਜ ਵਿੱਚ ਇੱਕ ਨਵੀਂ ਸੁਧਾਰ ਮੁਹਿੰਮ ਸ਼ੁਰੂ ਕੀਤੀ। ਉਸਨੇ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਧਰਮ, ਨਿਆਂ ਤੇ ਸੇਵਾ ਦੇ ਮਾਰਗ ਤੇ ਸਮਰਪਿਤ ਕਰ ਦਿੱਤਾ। ਉਹ ਆਪਣੇ ਰਾਜ ਦੀ ਪ੍ਰਜਾ ਲਈ ਇੱਕ ਆਦਰਸ਼ ਬਣ ਗਿਆ ਤੇ ਉਸ ਦੇ ਰਾਜ ਵਿੱਚ ਸਦਭਾਵ ਤੇ ਸਮਰਿੱਧੀ ਫੈਲਣ ਲੱਗੀ। ਰਾਜੇ ਨੇ ਆਪਣੇ ਕਰਮਾਂ ਦੇ ਮਾਧਿਅਮ ਨਾਲ ਇਹ ਸਿੱਧ ਕਰ ਦਿੱਤਾ ਕਿ ਭਾਗਾਂ ਦਾ ਲੇਖਾ ਕੋਈ ਹੋਰ ਨਹੀਂ ਲਿਖਦਾ, ਸਗੋਂ ਇਨਸਾਨ ਦੇ ਕਰਮ ਹੀ ਉਸ ਦਾ ਭਾਗ ਨਿਰਧਾਰਤ ਕਰਦੇ ਨੇ। ਉਹਨੇ ਇਹ ਵੀ ਸਮਝ ਲਿਆ ਕਿ ਜੀਵਨ ਤੇ ਮੌਤ ਦਾ ਚੱਕਰ ਅਟੱਲ ਹੈ ਤੇ ਇਸ ਨੂੰ ਸਵੀਕਾਰ ਕਰਨਾ ਹੀ ਸੱਚਾ ਗਿਆਨ ਹੈ। ਮਹਾਤਮਾ ਦੇ ਅਸ਼ੀਰਵਾਦ ਨਾਲ
ਰਾਜੇ ਨੇ ਆਪਣੇ ਜੀਵਨ ਦੇ ਹਰ ਕਦਮ ਨੂੰ ਧਿਆਨ ਤੇ ਧਰਮ ਨਾਲ ਰੱਖਿਆ ਤੇ ਆਖਰਕਾਰ ਉਸਨੇ ਆਪਣੀ ਆਤਮਾ ਦੀ ਸ਼ਾਂਤੀ ਤੇ ਸੰਤੋਖ ਪ੍ਰਾਪਤ ਕੀਤਾ। ਰਾਜੇ ਦੀ ਇਹ ਯਾਤਰਾ ਭਾਗ, ਕਰਮ ਤੇ ਜੀਵਨ ਦੇ ਡੂੰਘੇ ਰਹੱਸਾਂ ਨੂੰ ਸਮਝਣ ਦੀ ਯਾਤਰਾ ਸੀ। ਮਹਾਤਮਾ ਦੇ ਮਾਰਗਦਰਸ਼ਨ ਤੋਂ ਉਸਨੇ ਨਾ ਕੇਵਲ ਭਾਗਾਂ ਦੀ ਅਸਲੀਅਤ ਨੂੰ ਜਾਣਿਆ, ਸਗੋਂ ਜੀਵਨ ਦੇ ਸੱਚੇ ਮਕਸਦ ਨੂੰ ਵੀ ਸਮਝਿਆ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸੱਚੇ ਕਰਮਾਂ ਦੀ ਮਹੱਤਤਾ ਸਭ ਤੋਂ ਵੱਧ ਹੈ। ਨਸੀਬ ਕਈ ਵਾਰ ਸਾਨੂੰ ਅਜਿਹਾ ਮਹਿਸੂਸ ਕਰਾਉਂਦਾ ਹੈ ਕਿ ਉਹ ਸਾਡੇ ਉੱਤੇ ਹਾਵੀ ਹੈ, ਪਰ ਸੱਚਾਈ ਇਹ ਹੈ ਕਿ ਸਾਡੇ ਕੀਤੇ ਹੋਏ ਕਰਮ ਹੀ ਸਾਡੀ ਜ਼ਿੰਦਗੀ ਨੂੰ ਸੱਚੇ ਮਾਇਨਿਆਂ ਵਿੱਚ ਮੋੜ ਦਿੰਦੇ ਨੇ। ਇਹ ਕਰਮਾਂ ਦੀ ਹੀ ਤਾਕਤ ਹੈ ਜੋ ਸਾਡੇ ਸਫਲ ਤੇ ਖੁਸ਼ਹਾਲ ਜੀਵਨ ਦੀ ਰਾਹੀ ਬਣਾਉਂਦੀ ਹੈ। ਹਾਲਾਂਕਿ ਬਦਕਿਸਮਤੀ ਕਈ ਵਾਰ ਆਪਣੇ ਆਪ ਨੂੰ ਹਾਵੀ ਕਰ ਲੈਂਦੀ ਹੈ, ਪਰ ਜੇ ਅਸੀਂ ਚੰਗੇ ਕਰਮਾਂ ਦੀ ਰਾਹ ਪਕੜੀਏ ਤਾਂ ਅੰਤ ਵਿੱਚ ਫਲ ਸਾਡੇ ਹੱਕ ਵਿੱਚ ਹੀ ਆਉਂਦੇ ਨੇ। ਇਸ ਲਈ ਸਾਡਾ ਫਰਜ਼ ਹੈ ਕਿ ਹਰ ਹਾਲਾਤ ਵਿੱਚ ਚੰਗੇ ਕਰਮ ਕਰੀਏ ਤੇ ਮਿਹਨਤ ਤੇ ਸਬਰ ਨਾਲ ਆਪਣੀ ਮੰਜ਼ਿਲ ਦਾ ਟੀਚਾ ਨਾ ਛੱਡੀਏ। ਕਹਾਣੀ ਦੇ ਅਖੀਰ ਵਿੱਚ ਸਾਨੂੰ ਇਹ ਸਮਝ ਆਉਂਦੀ ਹੈ ਕਿ ਜੀਵਨ ਵਿੱਚ ਕੀਤੇ ਚੰਗੇ ਕਰਮ ਹੀ ਸਾਡੇ ਲਈ ਸੱਚੀ ਅਸਲ ਕੁੰਜੀ ਨੇ। ਰਾਜਾ ਜੋ ਮੌਤ ਤੇ ਭਾਗਾਂ ਦੇ ਸੱਚ ਨੂੰ ਸਮਝਣ ਲਈ ਮਹਾਤਮਾ ਕੋਲ ਗਿਆ ਸੀ, ਅੰਤ ਵਿੱਚ ਇਹ ਸਿੱਖਦਾ ਹੈ ਕਿ ਮੌਤ ਇੱਕ ਅਟੱਲ ਸੱਚਾਈ ਹੈ ਜਿਸ ਤੋਂ ਕਦੇ ਭੱਜਣਾ ਨਹੀਂ ਚਾਹੀਦਾ। ਸੱਚੀ ਅਮਰਤਾ ਸਿਰਫ ਸਰੀਰ ਦੇ ਜੀਵਨ ਤੱਕ ਸੀਮਿਤ ਨਹੀਂ ਹੁੰਦੀ, ਇਹ ਸਾਡੇ ਕੀਤੇ ਚੰਗੇ ਕੰਮਾਂ ਨਾਲ ਸਦੀਵੀ ਯਾਦਗਾਰ ਬਣ ਜਾਂਦੀ ਹੈ। ਜੀਵਨ ਦੀ ਸਫਲਤਾ ਇਸ ਵਿੱਚ ਹੈ ਕਿ ਅਸੀਂ ਸੱਚੇ ਤੇ ਚੰਗੇ ਕਰਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰੀਏ ਤੇ ਇਹ ਜਾਣੀਏ ਕਿ ਇਹੀ ਸਾਡਾ ਅਸਲ ਨਸੀਬ ਬਣਾਉਂਦੇ ਨੇ। ਸੋ ਦੋਸਤੋ, ਮੈਨੂੰ ਉਮੀਦ ਹੈ ਕਿ ਇਸ ਕਹਾਣੀ ਰਾਹੀਂ ਤੁਸੀਂ ਜੀਵਨ ਦੇ ਸੱਚ ਨੂੰ ਜਾਣਿਆ ਹੋਵੇਗਾ। ਸੋ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ। ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਤੇ ਆਪਣਾ ਖਿਆਲ ਰੱਖੋ। ਸ਼ੁਕਰੀਆ।